ਦੋਸਤੋ, ਭਾਰਤ ਵਿੱਚ ਅੱਜ 20 ਦਸੰਬਰ 2020 ਦਾ ਦਿਨ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ। ਅੱਜ ਦੀ ਖਾਸ ਖਬਰ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਰਕਾਬਗੰਜ ਦਿੱਲੀ ਮੱਥਾ ਟੇਕਣ ਲਈ ਸਵੇਰੇ ਸਵੇਰੇ ਪਹੁੰਚ ਗਏ। ਇਹ ਜੋ ਖਬਰ ਹੈ ਇਸ ਤੇ ਕਈ ਅਰਥ ਨਿਕਲਦੇ ਹਨ ਤੇ ਮੇਰੇ ਵਿਦਵਾਨ ਦੋਸਤ ਇਹ ਵਿਚਾਰ ਤੁਹਾਡੇ ਸਾਹਮਣੇ ਹੁਣ ਤੱਕ ਪ੍ਰਗਟਾ ਵੀ ਚੁੱਕੇ ਹੋਣਗੇ ਜਾਂ ਕੁਝ ਪ੍ਰਗਟਾ ਰਹੇ ਹੋਣਗੇ। ਮੈਂ ਕੁਝ ਗੱਲ ਇਸ ਜੋ ਘਟਨਾ ਵਾਪਰੀ ਹੈ ਇਸ ਦੇ ਬਾਰੇ ਕਹਿਣਾ ਚਾਹਾਂਗਾ ਕਿ ਨਰਿੰਦਰ ਮੋਦੀ ਅੱਜ ਜਿਸ ਸਥਾਨ ਉੱਤੇ ਸਿਰ ਝੁਕਾਉਣ ਲਈ ਗਿਆ ਹੈ ਉਹ ਸਥਾਨ ਗੁਰਦੁਆਰਾ ਰਕਾਬਗੰਜ ਉਹ ਸਥਾਨ ਹੈ ਜਿੱਥੇ ਇੱਕ ਭਾਰਤ ਦੇ ਬਹੁਤ ਵੱਡੇ ਵਪਾਰੀ ਜੋ ਅੱਜ ਕੱਲ੍ਹ ਅੰਬਾਨੀ ਅਡਾਨੀ ਵਰਗੇ ਵਪਾਰੀ ਹਨ ਉਹਨਾਂ ਤੋਂ ਵੀ ਬਹੁਤ ਆਲਾ ਦਰਜੇ ਦਾ ਵਪਾਰੀ ਸੀ ਬਾਬਾ ਲੱਖੀ ਸ਼ਾਹ ਬੰਜਾਰਾ, ਜਿਸ 'ਤੇ ਲੱਖਾਂ ਬੈਲ ਸਨ। ਬਹੁਤ ਵੱਡੇ ਵੱਡੇ ਕਾਫਲੇ ਲੈ ਕੇ ਉਹ ਇੱਕ ਪਾਸੇ ਤੋਂ ਦੂਸਰੇ ਪਾਸੇ ਵਿਦੇਸ਼ਾਂ ਤੱਕ ਵੀ ਉਹਨਾਂ ਦਾ ਵਪਾਰ ਚੱਲਦਾ ਸੀ। ਅਤੇ ਉਸ ਬਹੁਤ ਵੱਡੇ ਵਪਾਰੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸਭ ਕੁਝ ਅਰਪਣ ਕਰ ਦਿੱਤਾ। ਉਹਨਾਂ ਨੇ ਜਦੋਂ ਚਾਂਦਨੀ ਚੌਕ ਦੇ ਵਿੱਚ ਉਹਨਾਂ ਦਾ ਜਿਹੜਾ ਧੜ ਸੀ ਉਹਨੂੰ ਲਿਆ ਕੇ ਆਪਣੇ ਨਿਵਾਸ ਸਥਾਨ ਰਕਾਬਗੰਜ ਵਿਖੇ ਆਪਣੇ ਪੂਰੇ ਘਰ ਨੂੰ ਜਲਾ ਕੇ ਰਾਖ ਕਰਕੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ। ਅੱਜ ਉਹੀ ਨਰਿੰਦਰ ਮੋਦੀ ਆਪਣੇ ਆਕੇ ਜਾਂ ਕਹਿ ਲਓ ਕਿ ਬਹੁਤ ਵੱਡੇ ਭਾਰਤ ਦੇ ਜਿਹੜੇ ਵਪਾਰੀ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਨਾਂ ਦੇ ਨਾਲ ਏਡੀ ਵੱਡੀ ਲੜਾਈ ਲੜ ਰਿਹਾ ਹੈ ਕਿ ਜੋ ਇਹ ਕਿਸਾਨੀ ਦੇ ਖਿਲਾਫ ਬਿੱਲ ਆਏ ਹਨ ਉਹਨਾਂ ਦਾ ਪੂਰਾ ਫਾਇਦਾ ਇਹਨਾਂ ਬਹੁਤ ਵੱਡੇ ਵਪਾਰੀਆਂ ਨੂੰ ਹੋਣ ਜਾ ਰਿਹਾ ਹੈ। ਔਰ ਕਿੱਡੀ ਉਲਟ ਘਟਨਾ ਵਾਪਰ ਰਹੀ ਹੈ ਕਿ ਇੱਕ ਬਹੁਤ ਵੱਡੇ ਵਪਾਰੀ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਨੇ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ। ਅਤੇ ਸਾਡੇ ਅੱਜ ਦੇ ਪ੍ਰਧਾਨ ਮੰਤਰੀ ਕੀ ਕਰ ਰਹੇ ਹਨ? ਬਹੁਤ ਵੱਡੇ ਵਪਾਰੀਆਂ ਦੇ ਚਰਨਾਂ ਵਿੱਚ ਆਪਣਾ ਸਭ ਕੁਝ ਨਿਛਾਵਰ ਕਰਨ ਜਾ ਰਹੇ ਹਨ, ਕਿਉਂਕਿ ਜੋ ਇਹ ਲੜਾਈ ਚੱਲ ਰਹੀ ਹੈ ਲੱਗਦਾ ਨਹੀਂ ਇਹ ਬਹੁਤ ਜਲਦੀ ਖਤਮ ਹੋਵੇਗੀ, ਕਿਉਂਕਿ ਸਰਕਾਰ ਆਪਣਾ ਹਰ ਹੀਲਾ ਵਰਤ ਰਹੀ ਹੈ ਇਸ ਲੜਾਈ ਨੂੰ ਜਿੱਤਣ ਲਈ। ਅਤੇ ਪੂਰੇ ਭਾਰਤ ਦਾ ਕਿਸਾਨ, ਪੂਰੇ ਭਾਰਤ ਦਾ ਮਜ਼ਦੂਰ ਤਾਂ ਇਕੱਠਾ ਹੋ ਹੀ ਚੁੱਕਾ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਉਹਨਾਂ ਦੇ ਹਮਾਇਤੀ ਵੀ ਉਹਨਾਂ ਦੇ ਨਾਲ ਖੜ ਗਏ ਹਨ ਔਰ ਇਹ ਲਹਿਰ ਪੂਰੇ ਭਾਰਤ ਵਿੱਚ ਬਹੁਤ ਜ਼ੋਰ ਸ਼ੋਰ ਦੇ ਨਾਲ ਉੱਠ ਖੜੀ ਹੋਈ ਹੈ। ਅਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਹੜੀ ਧਿਰ ਜੇਤੂ ਰਹਿੰਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਸ ਬਾਰੇ ਹਰਜਿੰਦਰ ਕੰਗ ਨੇ ਕੁਝ ਲਾਈਨਾਂ ਲਿਖੀਆਂ ਹਨ, ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਮਜ਼ਲੂਮਾਂ ਲਈ ਆਪਣਾ ਸੀਸ ਕਟਾ ਦਿੱਤਾ, ਧਰਮ ਦਾ ਕੀ ਹੁੰਦਾ ਸੰਦੇਸ਼ ਦਿਖਾ ਦਿੱਤਾ। ਗੁਰੂ ਤੇਗ ਬਹਾਦਰ ਵਰਗਾ ਹੋਣਾ ਕੌਣ ਸ਼ਹੀਦ, ਜਾਨਾਂ ਦੇ ਕੇ ਜਾਨ ਕੌਮ ਵਿੱਚ ਪਾਉਣ ਸ਼ਹੀਦ। ਜ਼ੁਲਮ ਦੀ ਬਿਜਲੀ ਮੁੜ ਮੁੜ ਇਸ 'ਤੇ ਪੈਂਦੀ ਏ, ਜ਼ੁਲਮ ਦੀ ਬਿਜਲੀ ਮੁੜ ਮੁੜ ਇਸ 'ਤੇ ਪੈਂਦੀ ਏ, ਕੌਮ ਫੇਰ ਵੀ ਚੜ੍ਹਦੀ ਕਲਾ ਵਿੱਚ ਰਹਿੰਦੀ ਏ। ਕੰਗ ਹਰ ਮੁਸ਼ਕਿਲ ਦੇ ਵਿੱਚ ਰਾਹ ਰੁਸ਼ਨਾਉਣ ਸ਼ਹੀਦ, ਕੰਗ ਹਰ ਮੁਸ਼ਕਿਲ ਦੇ ਵਿੱਚ ਰਾਹ ਰੁਸ਼ਨਾਉਣ ਸ਼ਹੀਦ। ਜਾਨਾਂ ਦੇ ਕੇ ਜਾਨ ਕੌਮ ਵਿੱਚ ਪਾਉਣ ਸ਼ਹੀਦ। ਗੁਰੂ ਤੇਗ ਬਹਾਦਰ ਵਰਗਾ ਹੋਣਾ ਕੌਣ ਸ਼ਹੀਦ, ਗੁਰੂ ਤੇਗ ਬਹਾਦਰ ਵਰਗਾ ਹੋਣਾ ਕੌਣ ਸ਼ਹੀਦ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਜਦਾ ਕੋਟ ਕੋਟ ਪ੍ਰਣਾਮ। ਇਹ ਸ਼ਹਾਦਤਾਂ ਦੀ ਹੀ ਸ਼ਕਤੀ ਹੈ, ਚਾਂਦਨੀ ਚੌਂਕ ਦੀ ਉਹ ਰੌਸ਼ਨੀ ਹੈ ਜਿੱਥੇ ਗੁਰੂ ਸਾਹਿਬ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਇਆ ਸਿੰਘ ਨੇ ਜਾਨ ਦੀ ਆਹੂਤੀ ਦਿੱਤੀ, ਪਰ ਸਿਰ ਨਹੀਂ ਹਾਰਿਆ, ਅਸੂਲ ਜਿੰਦਾ ਰੱਖੇ। ਅੱਜ ਦਿੱਲੀ 'ਚ ਅਸੂਲਾਂ ਤੇ ਹੱਕਾਂ ਦੀ ਲੜਾਈ ਲੜ ਰਹੇ ਲੱਖਾਂ ਕਿਸਾਨਾਂ ਤੇ ਕਾਮਿਆਂ ਦੇ ਹਿਰਦਿਆਂ ਵਿੱਚ ਇਹਨਾਂ ਸ਼ਹਾਦਤਾਂ ਦੀ ਸ਼ਮਾ ਬਲ ਰਹੀ ਹੈ। ਕਾਲੀਆਂ ਰਾਤਾਂ 'ਚ ਜਜ਼ਬਿਆਂ ਦੇ ਯੁੱਗ ਨੂੰ ਜਗਮਗ ਕਰ ਰਹੇ ਨੇ। ਜਿਹੜੀ ਅਗਲੀ ਰਚਨਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਉਹ ਸ਼ਾਇਰ ਨੇ ਸੁਖਿੰਦਰ। ਉਹਨਾਂ ਦੀ ਰਚਨਾ ਹੈ ਚਣਕਿਆ ਰਾਜਨੀਤੀ ਮੰਤਰ। ਚਣਕਿਆ ਰਾਜਨੀਤੀ ਮੰਤਰ, ਜੋ ਕਿ ਸੰਵਾਦ ਮੈਗਜ਼ੀਨ ਹੈ, ਉਸ ਦੇ ਸੰਪਾਦਕ ਹਨ ਅਤੇ ਟੋਰਾਂਟੋ ਕੈਨੇਡਾ ਦੇ ਰਹਿਣ ਵਾਲੇ ਹਨ ਸੁਖਿੰਦਰ ਜੀ। ਸਿੰਘਾਸਨ ਤੇ ਬੈਠੇ ਰਾਜੇ ਦੇ ਕੰਨਾਂ 'ਚ ਉਸਨੇ ਕਿਹਾ, ਯਾਦ ਰੱਖੀ ਜਦੋਂ ਭੁੱਖਾਂ, ਜ਼ੁਲਮਾਂ, ਵਿਤਕਰਿਆਂ ਦੇ ਸਤਾਏ ਲੋਕ ਧਰਮਾਂ, ਜਾਤਾਂ ਪਾਤਾਂ, ਰੰਗਾਂ, ਨਸਲਾਂ ਦੇ ਭੇਦ ਆਪਣੇ ਜ਼ਿਹਨ ਤੋਂ ਬਾਹਰ ਕੱਢ ਇਕੱਠੇ ਬੈਠ ਗਏ, ਤਾਂ ਉਹ ਦਿਨ ਤੇਰੀ ਮੌਤ ਦਾ ਪੈਗਾਮ ਹੋਵੇਗਾ। ਰਾਜੇ ਦੇ ਕੰਨਾਂ 'ਚ ਉਸਨੇ ਕਿਹਾ, ਯਾਦ ਰੱਖੀ ਜਦੋਂ ਭੁੱਖਾਂ, ਜ਼ੁਲਮਾਂ, ਵਿਤਕਰਿਆਂ ਦੇ ਸਤਾਏ ਲੋਕ ਧਰਮਾਂ, ਜਾਤਾਂ ਪਾਤਾਂ, ਰੰਗਾਂ, ਨਸਲਾਂ ਦੇ ਭੇਦ ਆਪਣੇ ਜ਼ਿਹਨ ਤੋਂ ਬਾਹਰ ਕੱਢ ਇਕੱਠੇ ਬੈਠ ਗਏ, ਤਾਂ ਉਹ ਦਿਨ ਤੇਰੀ ਮੌਤ ਦਾ ਪੈਗਾਮ ਹੋਵੇਗਾ। ਇਹ ਸੁਣ ਰਾਜੇ ਦੇ ਸਿਰ ਵਿੱਚ ਚਿੰਤਾ ਦੇ ਹਥੌੜੇ ਵੱਜਣ ਲੱਗੇ। ਉਸ ਦਾ ਦਿਲ ਸਹਿਮ ਨਾਲ ਜਵਾਲਾ ਮੁਖੀ ਵਾਂਗ ਕੰਬਿਆ। ਰਾਜ ਸਿੰਘਾਸਨ ਤੋਂ ਉਤਰ ਗੁਰੂ ਦੇ ਪੈਰਾਂ ਤੇ ਡੰਡੌਤ ਬੰਦਨਾ ਕਰ ਉਹ ਕੰਬਦੀ ਆਵਾਜ਼ ਵਿੱਚ ਬੁੜਬੜਾਉਣ ਲੱਗਾ, ਹੇ ਗੁਰੂਦੇਵ, ਆਸ਼ੀਰਵਾਦ ਦਿਓ, ਮੇਰਾ ਸਿੰਘਾਸਨ ਸਦਾ ਸਲਾਮਤ ਰਹੇ। ਆਪਣੀ ਗਿੱਠ ਕੁ ਲੰਬੀ ਬੋਦੀ ਨੂੰ ਗੱਠ ਮਾਰਦਿਆਂ ਚਣਕਿਆ ਬੋਲਿਆ, ਯਾਦ ਰੱਖੀ ਜਦੋਂ ਵੀ ਲੋਕ ਧਰਮਾਂ, ਜਾਤਾਂ ਪਾਤਾਂ, ਰੰਗਾਂ, ਨਸਲਾਂ ਨੂੰ ਭੁਲਾ ਕੇ ਮਿਲ ਬੈਠਣ, ਤਾਂ ਆਪਣੇ ਟੁੱਕੜ ਬੋਝ ਪਾਲਤੂ ਭੇਜੋ ਜੋ ਧਰਮਾਂ ਦੇ ਨਾਂ 'ਤੇ ਬਖੇੜੇ ਪੈਦਾ ਕਰ ਸਕਣ। ਚਣਕਿਆ ਰਾਜਨੀਤੀ ਮੰਤਰ ਹਵਾ ਵਿੱਚ ਗੂੰਜਿਆ। ਰਾਜ ਮਹਿਲੀਂ ਸੰਖ ਵੱਜੇ। ਹਰ ਪਾਸੇ ਟੁੱਕੜ ਬੋਝਾਂ ਪਾਲਤੂਆਂ ਨੇ ਰਾਜੇ ਦੀ ਜੈ ਜੈਕਾਰ ਕੀਤੀ। ਝੂਠ ਦਾ ਦਰਬਾਰ ਰੇਡੀਓ, ਟੀਵੀ, ਅਖਬਾਰਾਂ 'ਚ ਸੁਰਖੀਆਂ ਬੰਨ੍ਹਣ ਲੱਗਾ। ਟੁੱਕੜ ਬੋਝਾਂ ਪਾਲਤੂਆਂ ਫਰੇਬੀ ਚਿਹਰਿਆਂ ਦੇ ਖਜ਼ਾਨੇ ਭਰਨ ਲੱਗਾ। ਅੰਗਰੇਜ਼ ਪਾਣੀ ਨੂੰ ਵੀ ਹਿੰਦੂ ਪਾਣੀ, ਮੁਸਲਿਮ ਪਾਣੀ ਕਹਿ ਸੈਂਕੜੇ ਸਾਲ ਤੱਕ ਹਿੰਦੁਸਤਾਨ ਉੱਤੇ ਰਾਜ ਕਰ ਗਏ। ਯਾਦ ਰੱਖੀ, ਯਾਦ ਰੱਖੀ, ਯਾਦ ਰੱਖੀ। ਅਗਲੀ ਜਿਹੜੀ ਰਚਨਾ ਹੈ ਉਹ ਸਾਡੀ ਮਾਣਮੱਤੀ ਕਵਿਤਰੀ ਮਨਜੀਤ ਇੰਦਰਾ ਜੀ ਦੀ ਲਿਖੀ ਹੋਈ ਹੈ, ਖੋਟੀ ਦਿੱਲੀਏ। ਸੁਣਨੀ ਦਿੱਲੀਏ, ਖੋਟੀ ਦਿੱਲੀਏ, ਸਾਡਿਆਂ ਰਾਹਾਂ ਨੂੰ ਕੱਟਦੀਏ ਬਿੱਲੀਏ। ਹਿੰਦੂ ਤੇ ਮੁਸਲਮਾਨਾਂ ਵਿੱਚ ਮਜ਼ਹਬਾਂ ਦਾ ਪਾੜਾ ਪਾਇਆ, ਖੂਨੀ ਵਹਾ ਕੀ ਨਦੀਆਂ ਟੋਟੇ ਤੂੰ ਦੋ ਕਰਾਇਆ। ਉਹ ਹਿੰਦੁਸਤਾਨ ਪਿਆਰਾ, ਭਾਰਤ ਤੇ ਪਾਕ ਬਣਾਇਆ। ਕਿਹੇ ਕਰੇ ਤੂੰ ਕਾਰੇ, ਵਿਥਾਂ ਪਵਾਉਣ ਹਿੱਲੀਏ। ਕਿਹੇ ਕਰੇ ਤੂੰ ਕਾਰੇ, ਵਿਥਾਂ ਪਵਾਉਣ ਹਿੱਲੀਏ। ਸੁਣਨੀ ਦਿੱਲੀਏ, ਖੋਟੀ ਦਿੱਲੀਏ, ਸਾਡੇ ਰਾਹਾਂ ਨੂੰ ਕੱਟਦੀਏ ਬਿੱਲੀਏ। ਦੋ ਟੋਟੇ ਕਰ ਨਾ ਰੱਜੀ, ਕਣ ਕਣ ਹੁਣ ਵੰਡਣਾ ਲੋਚੇ। ਦੋ ਟੋਟੇ ਕਰ ਨਾ ਰੱਜੀ, ਕਣ ਕਣ ਹੁਣ ਵੰਡਣਾ ਲੋਚੇ। ਮਜ਼ਹਬਾਂ ਦੇ ਪਾਵੇਂ ਪਾੜੇ, ਮਾਸੂਮੀਅਤ ਨੂੰ ਨੋਚੇ। ਭਾਈਆਂ ਨੂੰ ਭਾਈ ਮਾਰਨ, ਬਿਧ ਇਸ ਤਰ੍ਹਾਂ ਦੀ ਸੋਚੇ। ਪੰਜ ਪਾਣੀਆਂ ਨੂੰ ਵੰਡ ਕੇ ਹਾਲੇ ਨਾ ਰੱਜੀ ਝੱਲੀਏ। ਪੰਜ ਪਾਣੀਆਂ ਨੂੰ ਵੰਡ ਕੇ ਹਾਲੇ ਨਾ ਰੱਜੀ ਝੱਲੀਏ। ਸੁਣ ਦਿੱਲੀਏ, ਖੋਟੀਏ ਦਿੱਲੀਏ, ਸਾਡਿਆਂ ਰਾਹਾਂ ਨੂੰ ਕੱਟਦੀਏ ਬਿੱਲੀਏ। ਇਹ ਹਵਸ ਕੇ ਹੀ ਜਾਗੀ, ਕਿਉਂ ਮੁਲਕ ਵੇਚਣ ਚੱਲੀ। ਇਹ ਹਵਸ ਕੇ ਹੀ ਜਾਗੀ, ਕਿਉਂ ਮੁਲਕ ਵੇਚਣ ਚੱਲੀ। ਖੂਨੀ ਲੁਟੇਰਿਆਂ ਰਲ, ਅਜ਼ਮਤ ਵਤਨ ਦੀ ਸੱਲੀ। ਖੇਤਾਂ ਦੇ ਰਾਜੇ ਰੁਲਦੇ, ਖੇਤਾਂ ਦੇ ਰਾਜੇ ਰੁਲਦੇ। ਰੋਵੇ ਕਣਕ ਦੀ ਹਰ ਬੱਲੀ, ਕਿਉਂ ਸਿਦਕ ਸਾਡਾ ਪਰਖੇ। ਚੋਰਾਂ ਦੇ ਨਾਲ ਮਿਲੀਏ, ਸੁਣ ਨੀ ਦਿੱਲੀਏ, ਖੋਟੀ ਦਿੱਲੀਏ, ਸਾਡਿਆਂ ਰਾਹਾਂ ਨੂੰ ਕੱਟਦੀਏ ਬਿੱਲੀਏ। ਸਾਡਿਆਂ ਰਾਹਾਂ ਨੂੰ ਕੱਟਦੀਏ ਬਿੱਲੀਏ। ਮਨਜੀਤ ਇੰਦਰਾ ਜੀ ਦੀ ਇਹ ਰਚਨਾ ਸੀ। ਅਗਲੀ ਜਿਹੜੀ ਰਚਨਾ ਹੈ ਉਹ ਕਮਲਪਾਲ ਸਾਡੇ ਕੈਲੀਫੋਰਨੀਆ ਤੋਂ
ਸ਼ਾਇਰ ਹਨ, ਉਹਨਾਂ ਨੇ ਲਿਖੀ ਹੈ। ਲੋਕੀ ਤੁਰੇ ਘਰਾਂ ਤੋਂ ਪੂਰਾਂ ਦੇ ਪੂਰ ਦਿੱਲੀ, ਲੋਕੀ ਤੁਰੇ ਘਰਾਂ ਤੋਂ ਪੂਰਾਂ ਦੇ ਪੂਰ ਦਿੱਲੀ, ਸਤਿਆਂ ਨੇ ਤੇਰੇ ਸਿਰ ਦਾ ਲਾਉਣਾ ਫਤੂਰ ਦਿੱਲੀ। ਚੋਰਾਂ ਅਤੇ ਠੱਗਾਂ ਦਾ ਚਾਲੂ ਨਿਜ਼ਾਮ ਬਦਲਣ, ਚੋਰਾਂ ਅਤੇ ਠੱਗਾਂ ਦਾ ਚਾਲੂ ਨਿਜ਼ਾਮ ਬਦਲਣ, ਜਾਣਾ ਪਵੇ ਜੇ ਲੋਕੋ ਜਾਵੋ ਜ਼ਰੂਰ ਦਿੱਲੀ। ਸੱਤਾ 'ਚ ਭਾਗੀਦਾਰੀ ਦੇ ਵਾਸਤੇ ਤੁਰੇ ਹਾਂ, ਸੱਤਾ 'ਚ ਭਾਗੀਦਾਰੀ ਦੇ ਵਾਸਤੇ ਤੁਰੇ ਹਾਂ, ਹੁਣ ਦੇਖਦੀ ਹੈ ਸਾਨੂੰ ਕਿਉਂ ਘੂਰ ਘੂਰ ਦਿੱਲੀ। ਸਾਡੀ ਜੇ ਲੁੱਟ ਕਰਦੀ ਖੁਦ ਵੀ ਹੈ ਲੁੱਟ ਹੁੰਦੀ, ਸਾਡੀ ਜੇ ਲੁੱਟ ਕਰਦੀ ਖੁਦ ਵੀ ਹੈ ਲੁੱਟ ਹੁੰਦੀ। ਲੁੱਟਦੇ ਸਮੇਂ ਸਮੇਂ ਦੇ ਗਜ਼ਨੀ ਜ਼ਰੂਰ ਦਿੱਲੀ, ਲੁੱਟਦੇ ਸਮੇਂ ਸਮੇਂ ਦੇ ਗਜ਼ਨੀ ਜ਼ਰੂਰ ਦਿੱਲੀ। ਲਾਵਣ ਭਵਾਂ ਇਹ ਹਾਕਮ 16 ਸ਼ਿੰਗਾਰ ਤੇਰੇ, ਲਾਵਣ ਭਵਾਂ ਇਹ ਹਾਕਮ 16 ਸ਼ਿੰਗਾਰ ਤੇਰੇ। ਪਿੰਡਾਂ ਦੇ ਸਿਰ ਤੇ ਪਲਦੀ ਸ਼ਹਿਰਾਂ ਦੀ ਹੂਰ ਦਿੱਲੀ, ਪਿੰਡਾਂ ਦੇ ਸਿਰ ਤੇ ਪਲਦੀ ਸ਼ਹਿਰਾਂ ਦੀ ਹੂਰ ਦਿੱਲੀ। ਮੈਂ ਜਾਣਦਾ ਹਾਂ ਕਿੱਦਾਂ ਰਗ ਰਗ ਹੈ ਇਸ ਦੀ ਚਲਦੀ, ਮੈਂ ਜਾਣਦਾ ਹਾਂ ਕਿੱਦਾਂ ਰਗ ਰਗ ਹੈ ਇਸ ਦੀ ਚਲਦੀ। ਦੇਖੀ ਹੈ ਘੁੰਮ ਫਿਰ ਕੇ ਮੈਂ ਵੀ ਹਜ਼ੂਰ ਦਿੱਲੀ, ਦੇਖੀ ਹੈ ਘੁੰਮ ਫਿਰ ਕੇ ਮੈਂ ਵੀ ਹਜ਼ੂਰ ਦਿੱਲੀ। ਇੱਕ ਦਿਨ ਮੁਕਾਊ ਤੇਰੇ ਇੱਕ ਇਨਕਲਾਬ ਨਖਰੇ, ਇੱਕ ਦਿਨ ਮੁਕਾਊ ਤੇਰੇ ਇੱਕ ਇਨਕਲਾਬ ਨਖਰੇ। ਆਈ ਤੇ ਆ ਗਏ ਹਾਂ ਛੱਡਦੇ ਗਰੂਰ ਦਿੱਲੀ, ਆਈ ਤੇ ਆ ਗਏ ਹਾਂ ਛੱਡਦੇ ਗਰੂਰ ਦਿੱਲੀ। ਆਪਣੇ ਹੀ ਦੇਸ਼ ਵਾਸੀ, ਆਪਣੇ ਹੀ ਦੇਸ਼ ਵਾਸੀ ਆਪਸ 'ਚ ਲੜ ਰਹੇ ਜੋ, ਲੋਕੀ ਜਵਾਬ ਮੰਗਣ ਕਿਸ ਦਾ ਕਸੂਰ ਦਿੱਲੀ, ਲੋਕੀ ਜਵਾਬ ਮੰਗਣ ਕਿਸ ਦਾ ਕਸੂਰ ਦਿੱਲੀ। ਪੁੱਜ ਕੇ ਰਹਾਂਗੇ ਇੱਕ ਦਿਨ ਨਿਸ਼ਚਾ ਇਹ ਕਰ ਲਿਆ ਹੈ, ਪੁੱਜ ਕੇ ਰਹਾਂਗੇ ਇੱਕ ਦਿਨ ਨਿਸ਼ਚਾ ਇਹ ਕਰ ਲਿਆ ਹੈ। ਦੇਖਣ ਨੂੰ ਪਾਲ ਲੱਗਦੀ ਹਾਲੇ ਤਾਂ ਦੂਰ ਦਿੱਲੀ, ਦੇਖਣ ਨੂੰ ਪਾਲ ਲੱਗਦੀ ਹਾਲੇ ਤਾਂ ਦੂਰ ਦਿੱਲੀ। ਇਹ ਸਨ ਕਮਲਪਾਲ ਜੀ। ਅੱਜ ਜਿਹੜੀ ਸ਼ਾਇਰ ਦੇ ਨਾਲ ਮੈਂ ਆਪ ਜੀ ਦੀ ਜਾਣ ਪਛਾਣ ਕਰਵਾ ਰਿਹਾ, ਉਹਨਾਂ ਦੀ ਸ਼ਾਇਰੀ ਦੇ ਮਾਰਫਤ, ਉਹਨਾਂ ਦਾ ਨਾਮ ਹੈ ਡਾਕਟਰ ਸੁਖਪਾਲ ਸੰਘੇੜਾ, ਜੋ ਕਿ ਇੱਕ ਸਾਇੰਟਿਸਟ, ਇੰਜੀਨੀਅਰ, ਟੀਚਰ, ਲੇਖਕ, PhD ਫਿਜ਼ਿਕਸ, MS ਕੰਪਿਊਟਰ ਸਾਇੰਸ ਅਤੇ ਬਾਇਓ ਮੋਲੀਕਿਊਲਰ ਇੰਜੀਨੀਅਰਿੰਗ ਦੇ ਵਿੱਚ MS ਹਨ, ਔਰ ਅੱਜ ਕੱਲ੍ਹ ਪ੍ਰੋਫੈਸਰ ਹਨ ਫਿਜ਼ਿਕਸ ਐਂਡ ਕੰਪਿਊਟਰ ਸਾਇੰਸ ਦੇ ਪਾਰਕ ਯੂਨੀਵਰਸਿਟੀ ਵਿੱਚ। ਅਤੇ ਉਹਨਾਂ ਦੀ ਰਚਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਕਵਿਤਾ ਦਾ ਨਾਮ ਹੈ ਦਿੱਲੀ ਦੀ ਸਰਕਾਰੇ। ਸੁਣ ਦਿੱਲੀ ਦੀਏ ਸਰਕਾਰੇ, ਤੇਰੇ ਸਾਡੇ ਵੈਰ ਕਰਾਰੇ। ਯੁੱਗੋਂ ਲੰਬੇ ਪਹਾੜੋਂ ਭਾਰੇ, ਯੁੱਗੋਂ ਲੰਬੇ ਪਹਾੜੋਂ ਭਾਰੇ। ਕੱਚੀਆਂ ਗੜੀਆਂ ਮਹਿਲ ਮਨਾਰੇ, ਹਰਦਮ ਭਿੜਦੇ ਰਹਿਣੇ ਨੀ। ਸੀਸ ਸਾਡੇ ਦਿੱਲੀ ਦੇ ਸੰਗ ਮੁੜ ਮੁੜ ਖਹਿਣੇ ਨੀ, ਸੀਸ ਸਾਡੇ ਦਿੱਲੀ ਦੇ ਸੰਗ ਮੁੜ ਮੁੜ ਖਹਿਣੇ ਨੀ। ਵੈਰ ਨੇ ਸੀਸ ਅਸਾਂ ਦੇ ਜ਼ੁਲਮਾਂ ਦੇ ਸੰਗ ਮੁੜ ਮੁੜ ਖਹਿਣੇ ਨੀ, ਵੈਰ ਨੇ ਸੀਸ ਅਸਾਂ ਦੇ ਜ਼ੁਲਮਾਂ ਦੇ ਸੰਗ ਮੁੜ ਮੁੜ ਖਹਿਣੇ ਨੀ। ਸਾਡਾ ਤੇਗ ਬਹਾਦਰ ਸੂਰਾ, ਕਹਿਣੀ ਕਰਨੀ ਦਾ ਉਹ ਪੂਰਾ। ਸਾਡਾ ਤੇਗ ਬਹਾਦਰ ਸੂਰਾ, ਕਹਿਣੀ ਕਰਨੀ ਦਾ ਉਹ ਪੂਰਾ। ਹੁੰਜਣ ਲਈ ਦਹਿਸ਼ਤ ਦਾ ਕੂੜਾ, ਤੋੜਨ ਲਈ ਗੁਲਾਮੀ ਜੂਲਾ। ਹੁੰਜਣ ਲਈ ਦਹਿਸ਼ਤ ਦਾ ਕੂੜਾ, ਤੋੜਨ ਲਈ ਗੁਲਾਮੀ ਜੂਲਾ। ਦਿੱਲੀ ਸੀਸ ਕਟਾਇਆ ਸੀ, ਹਿੱਕ ਤੇਰੀ ਤੇ ਆਨ ਸ਼ਹੀਦੀ ਬੂਟਾ ਲਾਇਆ ਸੀ। ਵੈਰ ਨੇ ਹਿੱਕ ਤੇਰੀ ਤੇ ਆਨ ਸ਼ਹੀਦੀ ਬੂਟਾ ਲਾਇਆ ਸੀ। ਸਾਡਾ ਗੋਬਿੰਦ ਰਣ ਵਿੱਚ ਗੜ ਕੇ ਆਇਆ ਸੀਸ ਤਲੀ ਤੇ ਧਰ ਕੇ। ਮਿਟੀ ਜਾਤ ਸਭ ਮਾਨਸ ਕਰਤੇ, ਸਾਰੀ ਮਿਹਨਤ ਇਕੱਠੀ ਕਰਕੇ। ਮੁਕਤੀ ਘੋਲ ਰਚਾਇਆ ਸੀ, ਕੱਚੀ ਗੜੀ ਨੇ ਲਾਲ ਕਿਲੇ ਨੂੰ ਕਾਂਬਾ ਲਾਇਆ ਸੀ। ਵੈਰ ਨੇ ਤੇਗਾਂ ਵਿੱਚੋਂ ਜੰਮਿਆ ਘੋਲਾਂ ਵਿੱਚ ਸਮਾਇਆ ਸੀ, ਕੱਚੀ ਗੜੀ ਨੇ ਲਾਲ ਕਿਲੇ ਨੂੰ ਕਾਂਬਾ ਲਾਇਆ ਸੀ। ਸਾਡਾ ਸੰਤ ਬਹਾਦਰ ਬੰਦਾ, ਸਾਡਾ ਸੰਤ ਬਹਾਦਰ ਬੰਦਾ, ਸੁੱਟੀ ਮਾਲਾ ਫੜਿਆ ਝੰਡਾ। ਸਾਡਾ ਸੰਤ ਬਹਾਦਰ ਬੰਦਾ, ਸੁੱਟੀ ਮਾਲਾ ਫੜਿਆ ਝੰਡਾ। ਚੁੱਕਿਆ ਲੋਕ ਯੁੱਧ ਦਾ ਝੰਡਾ, ਚੁੱਕਿਆ ਲੋਕ ਯੁੱਧ ਦਾ ਝੰਡਾ। ਕਰਨਾ ਜ਼ਬਰ ਦਾ ਖੰਡਨ ਮੰਡਾ, ਕਰਨਾ ਜ਼ਬਰ ਦਾ ਖੰਡਨ ਮੰਡਾ। ਇੱਟ ਨਾਲ ਇੱਟ ਖੜਕਾਈ ਸੀ, ਹਲ ਵਾਹਕਾਂ ਦੀ ਜ਼ਮੀਂ ਉਹਨਾਂ ਦੇ ਨਾਮ ਲਵਾਈ ਸੀ। ਹਲ ਵਾਹਕਾਂ ਦੀ ਜ਼ਮੀਂ ਉਹਨਾਂ ਦੇ ਨਾਮ ਲਵਾਈ ਸੀ।
ਵੈਰ ਨੇ ਹੱਕਾਂ ਦੇ ਲਈ ਜੂਝ ਮਰਨ ਦੀ ਜਾਂਚ ਸਿਖਾਈ ਸੀ। ਵੈਰ ਨੇ ਹੱਕਾਂ ਦੇ ਲਈ ਜੂਝ ਮਰਨ ਦੀ ਜਾਂਚ ਸਿਖਾਈ ਸੀ। ਭਗਤ ਸਿੰਘ ਨੇ ਭੜਥੂ ਪਾਤੇ ਸੁੱਟਿਆ ਬੰਬ ਅਸੈਂਬਲੀ ਜਾ ਕੇ, ਸਾਰੀ ਸੁੱਤੀ ਕੌਮ ਜਗਾ ਕੇ, ਰੱਸਾ ਫਾਂਸੀ ਦਾ ਗਲ ਪਾ ਕੇ ਮੌਤ ਨੂੰ ਗਲੇ ਲਗਾਇਆ ਸੀ। ਇਨਕਲਾਬ ਦੇ ਨਾਰੇ ਹਿੰਦੁਸਤਾਨ ਗੁੰਜਾਇਆ ਸੀ। ਵੈਰ ਨੇ ਰਾਜਗੁਰੂ ਸੁਖਦੇਵ ਨੇ ਪੂਰਾ ਸਾਥ ਨਿਭਾਇਆ ਸੀ। ਵੈਰ ਨੇ ਰਾਜਗੁਰੂ ਸੁਖਦੇਵ ਨੇ ਪੂਰਾ ਸਾਥ ਨਿਭਾਇਆ ਸੀ। ਇਨਕਲਾਬ ਦੇ ਨਾਰੇ ਹਿੰਦੁਸਤਾਨ ਗੁੰਜਾਇਆ ਸੀ। ਇਨਕਲਾਬ ਦੇ ਨਾਰੇ ਹਿੰਦੁਸਤਾਨ ਗੁੰਜਾਇਆ ਸੀ। ਅੱਜ ਫਿਰ ਬੱਬਰ ਗਦਰੀ ਬਾਬੇ ਉੱਠੇ ਊਧਮ ਭਗਤ ਸਰਾਬੇ ਪਿਆਲੇ ਸਬਰਾਂ ਦੇ ਉਲਟਾ ਕੇ, ਹੁਣ ਕਿਰਸਾਨ ਤੇ ਕਿਰਤੀ ਜਾਗੇ ਭੰਨ ਕੇ ਦੰਦਲ ਵਰਿਆਂ ਦੀ, ਸਾਡੀ ਸੱਟ ਝੱਲੀ ਨਹੀਂ ਜਾਣੀ ਹੋਣੀ ਬਣ ਵਰਿਆਂ ਦੀ, ਤੈਥੋਂ ਸੱਟ ਝੱਲੀ ਨਹੀਂ ਜਾਣੀ ਹੋਣੀ ਬਣ ਵਰਿਆਂ ਦੀ। ਖੇਤੀ ਫਸਲਾਂ ਜਿਨਸਾਂ ਜਿੱਥੇ, ਮੰਡੀ ਜਾਲ ਵਿਛਾਏ ਉੱਥੇ, ਜਿਨਸਾਂ ਜਮਾ ਬਲੈਕੀ ਸੁੱਟੇ, ਥੱਲੇ ਡੇਗੇ ਭਾਅ ਫਿਰ ਚੁੱਕੇ, ਉਹ ਮਸ਼ੀਨ ਬਣਾਈ ਹੈ। ਕਿਸਾਨੀ ਹੱਕਾਂ ਦੀ ਜਿਹੜੀ ਕਰਦੀ ਕੁਤਰਾਈ ਹੈ, ਵੈਰ ਨੇ ਉਸ ਉੱਪਰ ਕਾਨੂੰਨ ਵਾਲੀ ਤੂੰ ਮੋਹਰ ਲਗਾਈ ਹੈ। ਪੂੰਜੀਪਤੀ ਵਪਾਰੀ ਧਾਏ, ਤੇਰੇ ਸੰਗ ਗਠਜੋੜ ਬਣਾਏ, ਖੇਤੀ ਬੰਨ ਮੰਡੀ ਦੇ ਕੀਲੇ, ਇਹ ਸਭ ਹੁੰਦੇ ਪਏ ਨੇ ਹੀਲੇ, ਸਾਡੇ ਖੇਤ ਚੁਰਾਵਣ ਦੇ, ਦਿਨ ਦੀਵੀਂ ਕਿਰਸਾਨ ਘਰਾਂ ਵਿੱਚ ਸੰਨਾ ਲਾਵਣ ਦੇ, ਵੈਰ ਨੇ ਪੱਠੀ ਪੈਣ ਕਾਨੂੰਨ ਇਹ ਅੰਨੀ ਲੁੱਟ ਮਚਾਵਣ ਦੇ, ਚਰਸੋਂ ਹਲਟਾਂ ਤੱਕ ਲਮੇਰੇ, ਹਲਟੋਂ ਮੋਟਰ ਪੰਧ ਨਿਬੇੜੇ, ਅਸਾਂ ਨੇ ਯੁੱਗ ਬਥੇਰੇ ਗੇੜੇ, ਸੋ ਇਸ ਮਸਲੇ ਲੁੱਟ ਨੇ ਛੇੜੇ, ਨਾ ਕਿ ਯੁੱਗ ਬਦਲਾਈ ਨੇ, ਤੂੰ ਕੀ ਯੁੱਗ ਬਦਲਨੇ ਪੱਥਰ ਸੋਚ ਦੀ ਜਾਈ ਨੇ, ਤੂੰ ਅੱਜ ਦੇ ਉੱਪਰ ਪੈਂਦੀ ਮੁਗਲਾਂ ਦੀ ਪਰਛਾਈ ਨੇ, ਨਿਰੇ ਨਾ ਉੱਜੜ ਜਾਣ ਦੇ ਖਤਰੇ, ਇਹ ਨਹੀਂ ਬੇਕਦਰੀ ਦੇ ਮਸਲੇ, ਨਾ ਪੈਗੰਬਰ ਪੀਰ ਦੇ ਰਫੜੇ, ਇੱਦਾਂ ਕਰਨਾ ਕਵੀਆ ਹੋਊ ਪਰੇ, ਇਹ ਤਾਂ ਅੱਜ ਦਾ ਸੱਚ ਜੋ ਪਕੜੇ ਸਿੱਧਾ ਮਸਲਾ ਹੱਕਾਂ ਦਾ, ਕਿਰਤ ਦੀ ਲੁੱਟ ਵਿਰੁੱਧ ਮਨੁੱਖ ਦੇ ਖਾਧੇ ਫੱਟਾਂ ਦਾ, ਵੈਰ ਨੇ ਇਹ ਸੰਘਰਸ਼ ਹੈ ਸਾਂਝਾ, ਨਿਰਾ ਨਹੀਂ ਜਾਟ ਤੇ ਜੱਟਾਂ ਦਾ, ਕਿਰਤ ਦੀ ਲੁੱਟ ਵਿਰੁੱਧ ਮਨੁੱਖ ਦੇ ਖਾਧੇ ਫੱਟਾਂ ਦਾ। ਅਸੀਂ ਹੌਕਿਆਂ ਵਿੱਚੋਂ ਜੰਮੇ ਕਿਹੜਾ ਸਾਡਾ ਝੱਖੜ ਥੰਮੇ, ਅਸੀਂ ਰੰਗੜ ਖਾਂ ਕਈ ਪੰਨੇ, ਛਿੜਿਆ ਕਾਰਜ ਲਾਈਏ ਬੰਨੇ, ਹਾਂ ਸੰਤਾਨ ਸ਼ਹੀਦਾਂ ਦੀ, ਹੱਕ ਸੱਚ ਵਾਲਾ ਝੰਡਾ ਹੀ ਜਿੰਦ ਜਾਨ ਸ਼ਹੀਦਾਂ ਦੀ, ਲੋਕੋ ਪਲਕ ਦਾ ਸੂਰਜ ਹੁੰਦਾ ਸੱਚੀ ਆਨ ਸ਼ਹੀਦਾਂ ਦੀ, ਅੰਧ ਵਿਸ਼ਵਾਸ ਡੂੰਘਾ ਦਫਨਾ ਕੇ, ਵਿਗਿਆਨ ਤਰਕ ਦੀ ਜੋਤ ਜਗਾ ਕੇ, ਅੱਜ ਨੂੰ ਭਲਕ ਨਾਲ ਪਰਨਾ ਕੇ, ਮੋਰੀ ਜਿਸ ਹੱਦਿਆਂ ਵਿੱਚ ਪਾ ਕੇ, ਅੱਗੇ ਨੂੰ ਕਦਮ ਵਧਾਉਣੇ ਨੇ, ਅੱਜ ਦੇ ਮਸਲੇ ਅੱਜ ਦੀ ਲੋਏ ਹੀ ਸੁਲਝਾਉਣੇ ਨੇ, ਪਾਲ ਹੁਣ ਇੰਝ ਹੀ ਚਲਦਿਆਂ ਆਪਾਂ ਲੋਟੂ ਯੁੱਗ ਪਲਟਾਉਣੇ ਨੇ, ਇਹ ਸਨ
ਕਿਸਾਨ ਸੰਘਰਸ਼ ਨੂੰ ਸਮਰਪਿਤ ਕਵਿਤਾਵਾਂ, ਜਿਨ੍ਹਾਂ ਦਾ ਅੱਜ 13ਵਾਂ ਦਿਨ ਸੀ। ਤੇ ਹੁਣ ਕਮਲ ਧਰਮਸੋਤ ਨੂੰ ਇਜਾਜ਼ਤ ਦਿਓ। ਜੈ ਕਿਸਾਨ, ਜੈ ਮਜ਼ਦੂਰ, ਜੈ ਜਵਾਨ। ਤੁਹਾਡਾ ਬਹੁਤ ਧੰਨਵਾਦ। ਬਹੁਤ ਜਲਦੀ ਫਿਰ ਮੁਲਾਕਾਤ ਹੋਵੇਗੀ।